ਇਹਦੇ 'ਚ ਇੰਟਰੋਡਕਸ਼ਨ ਟੂ ਨੈਟਵਰਕਸ ਇਸ ਲੈਸਨ ਦਾ ਪਹਿਲਾ ਕੁਐਸਚਨ ਇੱਥੇ ਬਣਿਆ ਹੋਇਆ, ਐਕਸਪਲੇਨ ਨੈਟਵਰਕ ਆਪਰੇਟਿੰਗ ਸਿਸਟਮ। ਨੈਟਵਰਕ ਆਪਰੇਟਿੰਗ ਸਿਸਟਮ ਕੀ ਹੁੰਦਾ ਆ? ਜਿਹੜਾ ਆਪਣਾ ਆਪਰੇਟਿੰਗ ਸਿਸਟਮ ਹੁਣ ਅਸੀਂ ਇੱਥੇ ਯੂਜ਼ ਕਰ ਰਹੇ ਹਾਂ, ਇਹ ਨੈਟਵਰਕ ਆਪਰੇਟਿੰਗ ਸਿਸਟਮ ਨਹੀਂ ਹੈ। ਇਹ ਕੀ ਹੈ? ਇਹ ਸਿੰਪਲੀ ਵਿੰਡੋਜ਼ ਇੱਕ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਹੈ। मैं प्रैक्टिकल एग्जाम्पल दसदा, जिमें कोई वैबसाइट खोलते हैं, वो वैबसाइट कित्थे पई है? किसी पता नहीं कि नहीं कि दुनिया भर के बहुत सारे सर्वरस ने जिन्हों च वैबसाइट्स पई ने। मैं लिखा LPU.in या LPUDE.in या किसी भी google.com, हर वैबसाइट किसी ना किसी कंप्यूटर च पई है। वो कंप्यूटर जिस वैबसाइट पई है उन्होंने आप सर्वर कह दें, वैब सर्वर कह दें। ਹੁਣ ਵੈਬ ਸਰਵਰ ਦੇ ਵਿੱਚ ਜਿਹੜਾ ਆਪਰੇਟਿੰਗ ਸਿਸਟਮ ਹੈ ਸਿੰਪਲੀ ਵਿੰਡੋਜ਼ ਨਹੀਂ, ਉਹ ਸਪੈਸ਼ਲ ਹੋਊਗਾ ਨੈਟਵਰਕ ਆਪਰੇਟਿੰਗ ਸਿਸਟਮ, ਯਾਨੀ ਇੱਦਾਂ ਦਾ ਆਪਰੇਟਿੰਗ ਸਿਸਟਮ ਜਿਹੜਾ ਨੈਟਵਰਕ ਦੇ ਥਰੂ ਸਾਨੂੰ ਸਰਵਿਸ ਦਿੰਦਾ ਆ। ਆਪਾਂ ਇੱਥੇ LPU.in ਲਿਖ ਕੇ ਐਂਟਰ ਦੱਬਿਆ, ਬਰਾਊਜ਼ਰ 'ਚ ਜਾ ਕੇ ਜਾਂ ਆਪਣੇ ਫੋਨ 'ਤੇ ਹੀ ਕਰੋਮ ਖੋਲ੍ਹਿਆ, LPU.in ਜਾਂ ਐਨੀ ਵੈਬਸਾਈਟ ਦਾ ਨਾਮ ਲਿਖ ਕੇ ਐਂਟਰ ਦੱਬਿਆ। ਉਹ ਬਰਾਊਜ਼ਰ ਕੀ ਕਰਦਾ ਆ? ਇਹ ਨਹੀਂ ਹੈਗਾ ਕਿ ਬਰਾਊਜ਼ਰ ਆਪਣੇ ਕੋਲੋਂ ਹੀ ਕੋਈ ਚੀਜ਼ ਦਿਖਾ ਦਿੰਦਾ ਆ। ਬਰਾਊਜ਼ਰ ਇੰਟਰਨੈਟ ਦੇ ਥਰੂ उस कंप्यूटर ਨੂੰ फाइंड कर ਲੈਂਦਾ ਜਿਹੜੇ ਕੰਪਿਊਟਰ ਦੇ ਵਿੱਚ ਉਹ ਵੈਬਸਾਈਟ ਪਈ ਹੈ, ਉਹਦੇ ਨਾਲ ਕਨੈਕਟ ਹੋ ਜਾਣਾ ਆ। ਫਿਰ ਉਹ ਜਿਹੜਾ ਕੰਪਿਊਟਰ ਹੈ ਉਸ ਦੇ ਵਿੱਚ ਉਹ ਸਾਈਟ ਪਈ ਆ, ਉਹਨੂੰ ਰਿਕੁਐਸਟ ਗਈ, ਉਹਨੇ ਉਹ ਇਨਫੋਰਮੇਸ਼ਨ ਜੋ ਉਹ 'ਚ ਪਈ ਆ ਉਹਨੇ ਉਹ ਸਾਨੂੰ ਭੇਜਤੀ ਸਾਡੇ ਫੋਨ 'ਤੇ ਜਾਂ ਸਾਡੇ ਬਰਾਊਜ਼ਰ 'ਚ ਕਰੋਮ 'ਚ ਇਨਫੋਰਮੇਸ਼ਨ ਆ ਗਈ। ਉਹਨੇ ਸਾਡੀ ਰਿਕੁਐਸਟ ਨੂੰ ਸੁਣਿਆ ਔਰ ਸਾਨੂੰ ਸਰਵਿਸ ਦੇ ਤੌਰ 'ਤੇ ਉਹਨੇ ਉਹ ਰਿਜ਼ਲਟ ਦੇਤਾ। ਕਿਹਨੇ ਦਿੱਤਾ? ਸਰਵਰ ਨੇ। ਸਰਵਰ ਦੇ ਵਿੱਚ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਸਪੈਸ਼ਲ ਆਪਰੇਟਿੰਗ ਸਿਸਟਮ ਹੈ ਜਿਹੜਾ ਕਲਾਇੰਟ ਦੀ ਰਿਕੁਐਸਟ ਨੂੰ ਸੁਣ ਕੇ ਉਹਨੂੰ ਜਵਾਬ ਦੇ ਵਜੋਂ ਆਨਸਰ ਦੇ ਕੇ ਉਹਨੂੰ ਰਿਜ਼ਲਟ ਦਊਗਾ। ਤਾਂ ਜਿਹੜਾ ਉਹਦੇ ਵਿੱਚ ਆਪਰੇਟਿੰਗ ਸਿਸਟਮ ਹੈ ਉਹ ਸਪੈਸ਼ਲ ਆਪਰੇਟਿੰਗ ਸਿਸਟਮ ਹੈ, ਨਾਟ ਸਿੰਪਲੀ ਵਿੰਡੋਜ਼। ਉਹਦੇ 'ਚ ਲਿਨਕਸ ਵੀ ਹੋ ਸਕਦੀ ਹੈ, ਉਹ 'ਚ ਵਿੰਡੋਜ਼ ਦਾ ਇੱਕ ਹੋਰ ਵਰਜ਼ਨ ਆਉਂਦਾ ਆ, ਆਪਾਂ ਕਹਿੰਦੇ ਹਾਂ ਵਿੰਡੋਜ਼ NT, ਵਿੰਡੋਜ਼ ਨੈਟਵਰਕ ਆਪਰੇਟਿੰਗ ਸਿਸਟਮ। ਤੋ ਨੈਟਵਰਕਿੰਗ ਆਪਰੇਟਿੰਗ ਸਿਸਟਮ ਸਪੈਸ਼ਲ ਆਪਰੇਟਿੰਗ ਸਿਸਟਮ ਨੇ ਜਿਹੜੇ ਨੈਟਵਰਕਿੰਗ ਜਾਂ ਨੈਟਵਰਕਸ ਦੀਆਂ ਸਰਵਿਸਿਜ਼ ਦੇ ਸਕਦੇ ਨੇ। ਇੱਥੇ ਇਹਦੇ ਨਾਮ ਵੀ ਲਿਖੇ ਹੋਏ ਨੇ ਸ਼ਾਇਦ। ਨੈਟਵਰਕ ਆਪਰੇਟਿੰਗ ਸਿਸਟਮ ਇਜ਼ ਏ ਕੰਪਿਊਟਰ ਆਪਰੇਟਿੰਗ ਸਿਸਟਮ ਦੈਟ ਇਜ਼ ਡਿਜ਼ਾਈਨਡ ਪ੍ਰਾਇਮਰੀਲੀ ਟੂ ਸਪੋਰਟ ਵਰਕ ਸਟੇਸ਼ਨ ਜਾਂ ਪਰਸਨਲ ਕੰਪਿਊਟਰ ਐਂਡ ਇਨ ਸਮ ਇੰਸਟੈਂਸ 올ਡਰ ਟਰਮੀਨਲਸ ਆਰ ਕਨੈਕਟਡ ਟੂ ਲੋਕਲ ਏਰੀਆ ਨੈਟਵਰਕ ਆਰਟੀਸੌਫਟਸ ਲੈਨ। ਆ ਕਈਆਂ ਦੇ ਨਾਂ ਲਿਖੇ ਨੇ। ਇਹ ਸਪੈਸ਼ਲੀ ਇੱਦਾਂ ਦੇ ਆਪਰੇਟਿੰਗ ਸਿਸਟਮ ਨੇ ਜਿਹੜੇ ਆ ਨੋਵਲਸ ਨੈਟਵੇਅਰ ਬਹੁਤ ਯੂਜ਼ ਹੁੰਦਾ ਰਿਹਾ, ਅਤੇ ਇੱਦਾਂ ਹੀ ਮਾਈਕਰੋਸੋਫਟ ਦਾ ਵਿੰਡੋਜ਼ NT ਹੁੰਦਾ, ਇਹ ਕਾਫੀ ਯੂਜ਼ ਹੁੰਦਾ ਆ, ਅਤੇ ਲਿਨਕਸ ਵੀ ਸਪੋਰਟ ਕਰਦਾ ਆ ਨੈਟਵਰਕ ਆਪਰੇਟਿੰਗ ਸਿਸਟਮ ਨੂੰ। ਓਪਨ VMS ਇਹ ਨਾਮ ਨੇ ਉਹਨਾਂ ਆਪਰੇਟਿੰਗ ਸਿਸਟਮ ਦੇ। ਵਿੰਡੋਜ਼ NT ਵਿੰਡੋਜ਼ ਦਾ ਹੀ ਹੈ। ਜਿਹੜੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਕੰਪਿਊਟਰ ਸਰਵਰ ਦੀ ਤਰ੍ਹਾਂ ਕੰਮ ਕਰੇ ਤਾਂ ਸਾਨੂੰ ਉਹਦੇ ਵਿੱਚ ਆਪਰੇਟਿੰਗ ਸਿਸਟਮ ਸਪੈਸ਼ਲੀ ਪਾਉਣਾ ਪਊਗਾ। ਉਹ ਨਾਰਮਲ ਆਪਰੇਟਿੰਗ ਸਿਸਟਮ ਤੋਂ ਜ਼ਿਆਦਾ ਕਾਸਟਲੀ ਨੇ। ਉੱਦਾਂ ਦੇ ਆਪਰੇਟਿੰਗ ਸਿਸਟਮ ਨੂੰ ਨੈਟਵਰਕ ਆਪਰੇਟਿੰਗ ਸਿਸਟਮ ਕਹਿੰਦੇ ਆ। ਨੈਕਸਟ ਇਹ ਕੀ ਲਿਖਿਆ? ਵਾਟ ਇਜ਼ ਵਾਇਰਲੈਸ ਕੰਪਿਊਟਰ ਨੈਟਵਰਕਿੰਗ। ਵਟ ਇਜ਼ ਨੈਟਵਰਕਿੰਗ? ਮੂਰੇ ਆ ਗਿਆ ਬ੍ਰੈਕਟ 'ਚ ਵਾਇਰਲੈਸ ਪਬਲਿਕ ਕੰਪਿਊਟਰ ਨੈਟਵਰਕਿੰਗ। Wireless is more modern alternate to traditional wired networking that relies on cables to connect networking devices together. Wireless technologies are widely used in both home and business computer networks. ਇਹ ਗੱਲ ਤਾਂ ਕਲੀਅਰ ਹੀ ਹੋ ਗਈ ਨਾ। ਵਾਈਫਾਈ ਆਪਾਂ ਯੂਜ਼ ਕਰਦੇ ਹਾਂ, ਆਪਣੇ ਜਿਹੜੇ ਡਿਵਾਈਸ ਬਿਨਾਂ ਵਾਇਰ ਤੋਂ ਕਨੈਕਟ ਹੁੰਦੇ ਨੇ ਉਸ ਤਰ੍ਹਾਂ ਦੀ ਨੈਟਵਰਕਿੰਗ ਨੂੰ ਆਪਾਂ ਵਾਈਫਾਈ ਜਾਂ ਵਾਇਰਲੈਸ ਨੈਟਵਰਕਿੰਗ ਕਹਿ ਦਈਏ। ਇਹ ਵਾਈਫਾਈ ਵੀ ਹੋ ਸਕਦੀਆਂ ਨੇ, ਬਲੂਟੁੱਥ ਵੀ ਹੋ ਸਕਦੀਆਂ ਨੇ। ਬਲੂਟੁੱਥ ਵੀ ਇੱਕ ਟੈਕਨੋਲੋਜੀ ਆ, ਵਾਈਫਾਈ ਵੀ ਦੂਜੀ ਟੈਕਨੋਲੋਜੀ ਹੈ। ਅਤੇ ਨਹੀਂ ਤਾਂ ਫਿਰ ਆਪਣੇ ਕੋਲ ਕੇਬਲ ਹੈਗੀ, ਆਪਾਂ ਕੇਬਲ ਦੇ ਨਾਲ ਵੀ ਕਨੈਕਟ ਕਰ ਸਕਦੇ ਹਾਂ, ਉਹ ਵਾਇਰਡ ਹੋ ਗਿਆ। ਨੈਕਸਟ ਇੱਕ ਹੋਰ ਕੁਐਸਚਨ ਆ ਗਿਆ, ਐਕਸਪਲੇਨ ਨੈਟਵਰਕ ਇੰਟਰਫੇਸ ਕਾਰਡ। ਇਹਨੂੰ ਸ਼ਾਰਟ ਦੇ ਵਿੱਚ ਪਿਆਰ ਨਾਲ ਇਹਨੂੰ ਆਪਾਂ NIC ਕਹਿ ਦਿੰਦੇ ਹਾਂ। ਇਹ ਕੀ ਹੁੰਦਾ ਆ? ਜਿੰਨੀਆਂ ਵੀ ਮਸ਼ੀਨਸ ਜਾਂ ਜਿੰਨੇ ਵੀ ਡਿਵਾਈਸਿਸ ਨੈਟਵਰਕ ਦੇ ਨਾਲ ਕਨੈਕਟ ਹੁੰਦੇ ਨੇ, ਹਰ ਉਸ ਡਿਵਾਈਸ ਦੇ ਵਿੱਚ ਜ਼ਰੂਰ ਇੱਕ ਡਿਵਾਈਸ ਲੱਗਿਆ ਹੁੰਦਾ ਜਿਹਨੂੰ ਕਹਿੰਦੇ ਆ ਨੈਟਵਰਕ ਇੰਟਰਫੇਸ ਕਾਰਡ। ਤੁਹਾਡੇ ਫੋਨ 'ਚ ਵੀ ਹੈ, ਆਪਣੇ ਇਸ ਕੰਪਿਊਟਰ 'ਤੇ ਵੀ ਹੈ। ਆਪਣਾ ਜਿਹੜਾ ਫੋਨ ਹੈ ਉਹਦੇ ਵਿੱਚ ਵਾਈਫਾਈ ਅਗਰ ਇਹਨੂੰ ਸਿਗਨਲ ਮਿਲ ਜਾਵੇ ਤਾਂ ਇਹ ਕਨੈਕਟ ਹੋ ਜਾਊਗਾ। ਤਾਂ ਵਾਈਫਾਈ ਸਿਗਨਲ ਕੌਣ ਲੈਂਦਾ? ਇਹਦੇ ਅੰਦਰ ਇੱਕ ਵਾਈਫਾਈ ਲੈਨ ਕਾਰਡ, ਵਾਈਫਾਈ ਨੈਟਵਰਕ ਕਾਰਡ ਲੱਗਿਆ ਹੋਇਆ।
ਉਹ LAN ਕਾਰਡ, ਉਹ ਵਾਈਫਾਈ ਨੈਟਵਰਕ ਕਾਰਡ, ਉਹਨੂੰ ਆਪਾਂ ਕਹਿੰਦੇ ਆ NIC ਜਾਂ ਕਹਿੰਦੇ ਆ ਨੈਟਵਰਕ ਇੰਟਰਫੇਸ ਕਾਰਡ। ਹੁਣ ਜਿਵੇਂ ਇਸ ਕੰਪਿਊਟਰ ਦੇ ਵਿੱਚ ਜਿਹੜਾ ਹੁਣ ਮੈਂ ਇਸ ਵੇਲੇ ਕੰਪਿਊਟਰ ਚਲਾ ਰਿਹਾ, ਇਹਦੇ ਵਿੱਚ ਇੰਟਰਨੈਟ ਵਾਸਤੇ ਵਾਈਫਾਈ ਨਹੀਂ ਹੈਗਾ, ਇਹਦਾ ਇੰਟਰਨੈਟ ਮੈਂ ਕੇਬਲ ਦੇ ਨਾਲ ਜੋੜਿਆ ਹੋਇਆ। ਕੇਬਲ ਕਿੱਥੇ ਕਨੈਕਟ ਕੀਤੀ ਹੋਈ ਹੈ? ਕੇਬਲ CPU ਦੇ ਪਿੱਛੇ ਇੱਕ ਨੈਟਵਰਕ ਇੰਟਰਫੇਸ ਕਾਰਡ ਹੈ, ਉਹਦੇ ਨਾਲ ਜੁੜੀ ਹੋਈ ਆ। ਯਾਨੀ ਨੈਟਵਰਕ ਇੰਟਰਫੇਸ ਕਾਰਡ ਦੋਨੋਂ ਕਿਸਮ ਦੇ ਮਿਲਦੇ ਨੇ, ਕੇਬਲ ਵਾਲੇ ਵੀ ਮਿਲਦੇ ਨੇ, ਬਿਨਾਂ ਕੇਬਲ ਤੋਂ ਵਾਇਰਲੈਸ ਵੀ ਮਿਲਦੇ ਨੇ। ਜਿੰਨੇ ਵੀ ਨੈਟਵਰਕ ਇੰਟਰਫੇਸ ਕਾਰਡ ਨੇ, ਜਿੱਦਾਂ ਤੁਹਾਡੇ ਫੋਨ ਦੇ ਵਿੱਚ, ਤੁਹਾਡੇ ਫੋਨ ਦਾ ਵੀ ਇੱਕ ਤੁਹਾਨੂੰ ਪਤਾ ਨਾ EMIE ਹੁੰਦਾ ਹੈ। ਕੀ ਹੁੰਦਾ? EMEI। ਉਹ ਕੀ ਹੈ? ਤੁਹਾਡੇ ਫੋਨ ਨੂੰ ਇੱਕ ਨੰਬਰ ਦਿੱਤਾ ਗਿਆ ਆ, ਭਾਵੇਂ ਕੰਪਨੀ ਕੋਈ ਵੀ ਹੈ ਫੋਨ ਨੂੰ ਬਣਾਇਆ ਕਿਸੇ ਵੀ ਕੰਪਨੀ ਨੇ ਹੈ। ਜਿਹੜੇ EMI ਨੰਬਰ ਨੇ ਉਹ ਹਰ ਇੱਕ ਦਾ ਯੂਨੀਕ ਹੈ। ਜਾਣੀ ਕਿ ਜੇ ਆਪਾਂ ਟਰੇਸ ਕਰਨਾ ਹੋਵੇ ਕਿ ਫੋਨ ਨੂੰ ਕਿਹਨੇ ਯੂਜ਼ ਕੀਤਾ, ਉਹ ਫੋਨ ਦਾ ਇੱਕ ਬਕਾਇਦਾ, ਜਿਵੇਂ ਆਪਣੀ ਗੱਡੀਆਂ ਦੇ ਨੰਬਰ ਨੇ, ਉਹ ਨੰਬਰ ਸਪੋਜ਼ ਕਿ ਮੇਰੀ ਕੋਈ ਵਹੀਕਲ ਦਾ ਨੰਬਰ ਹੈ PB10DE 2535, ਕੋਈ ਵੀ ਨੰਬਰ ਹੈ, ਤਾਂ ਉਹ ਨੰਬਰ ਜਿਹੜਾ ਮੇਰੀ ਵਹੀਕਲ ਦਾ ਉਹ ਕਿਸੇ ਹੋਰ ਦਾ ਨਹੀਂ ਹੋਊਗਾ, ਉਹ ਇੱਕ ਯੂਨੀਕ ਨੰਬਰ ਦਿੱਤੇ ਗਏ ਨੇ ਹਰ ਗੱਡੀ ਨੂੰ। ਇੱਦਾਂ ਹੀ ਹਰ ਫੋਨ ਦਾ ਵੀ ਇੱਕ ਯੂਨੀਕ ਨੰਬਰ ਹੈ, ਉਹਨੂੰ ਆਪਾਂ ਕਹਿ ਦਈਏ EMI ਨੰਬਰ। ਇਸ ਤਰ੍ਹਾਂ ਹੀ ਜਿੰਨੇ ਵੀ ਨੈਟਵਰਕ ਕਾਰਡ ਨੇ, ਹਰ ਨੈਟਵਰਕ ਕਾਰਡ ਦਾ ਵੀ ਇੱਕ ਸਪੈਸ਼ਲ ਐਡਰੈਸ ਦਿੱਤਾ ਗਿਆ, ਉਹਨੂੰ ਕਹਿੰਦੇ ਫਿਜ਼ੀਕਲ ਐਡਰੈਸ। ਯਾਨੀ ਜਦੋਂ ਵੀ ਕੋਈ ਕੰਪਨੀ ਨੈਟਵਰਕ ਕਾਰਡ ਬਣਾਉਂਦੀ ਹੈ, ਉਹ ਉਹਨੂੰ ਇੱਕ ਯੂਨੀਕ ਅਲਾਟ ਕਰ ਦਿੰਦੀ ਹੈ ਨੰਬਰ। ਉਹ ਨੰਬਰ ਕਿਸੇ ਹੋਰ, ਚਾਹੇ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ, ਹਰ ਇੱਕ ਦਾ ਉਹ ਅਲੱਗ-ਅਲੱਗ ਹੀ ਹੋਊਗਾ। ਯਾਨੀ ਇਹਦਾ ਮਤਲਬ ਕੀ ਹੈ ਵੀ ਜੇ ਮੰਨ ਲਓ ਮੈਂ ਕੋਈ ਫੈਕਟਰੀ ਬਣਾਉਣੀ ਹੈ, ਖੋਲ੍ਹਣੀ ਹੈ, ਮੈਂ ਨੈਟਵਰਕ ਇੰਟਰਫੇਸ ਕਾਰਡ ਤਿਆਰ ਕਰਨੇ ਆ, ਤਾਂ ਮੈਨੂੰ ਵੀ ਪਹਿਲਾਂ ਕਿਸੇ ਤੋਂ ਕੋਈ ਨੰਬਰ ਲੈਣੇ ਪੈਣੇ ਆ, ਜਿਹੜੇ ਮੈਂ ਅੱਗੋਂ ਲਾਉਣੇ ਆ, ਤਾਂ ਕਿ ਮੈਂ ਨੈਟਵਰਕ ਇੰਟਰਫੇਸ ਕਾਰਡ 'ਤੇ ਕੋਈ ਨੰਬਰ ਲਗਾਵਾਂ ਤਾਂ ਉਹ ਨੰਬਰ ਕਿਸੇ ਹੋਰ ਨਾਲ ਕਲੈਸ਼ ਨਾ ਕਰੇ, ਮੈਚ ਨਾ ਕਰੇ, ਡਿਫਰੈਂਟ ਹੀ ਹੋਵੇ, ਯੂਨੀਕ ਹੀ ਹੋਵੇ। ਤੋ ਨੈਟਵਰਕ ਇੰਟਰਫੇਸ ਕਾਰਡ ਇੱਕ ਸਪੈਸ਼ਲ ਡਿਵਾਈਸ ਹੈ ਜਿਹਦਾ ਹਰ ਇੱਕ ਦਾ ਅਲੱਗ-ਅਲੱਗ ਇੱਕ ਫਿਜ਼ੀਕਲ ਐਡਰੈਸ, ਉਹਨੂੰ ਆਪਾਂ ਫਿਜ਼ੀਕਲ ਐਡਰੈਸ ਕਹਿ ਦਿੰਦੇ ਹਾਂ। ਉਹਦਾ ਨੰਬਰ ਫਿਜ਼ੀਕਲ ਐਡਰੈਸ 'ਚ ਕੋਈ ਨਾ ਕੋਈ ਨੰਬਰ ਹੈ, ਅਤੇ ਉਹ ਤੋਂ ਬਗੈਰ ਇੰਟਰਨੈਟ ਨਹੀਂ ਚੱਲੂਗਾ। ਯਾਨੀ ਕਿ ਜੇ ਅਗਰ ਕਿਸ ਨੇ ਮੰਨ ਲਓ ਇੰਟਰਨੈਟ ਦੇ ਥਰੂ ਜਾਂ ਨੈਟਵਰਕ ਦੇ ਥਰੂ ਕੋਈ ਫਰਾਡ ਕੀਤਾ ਆ, ਅਤੇ ਕੋਈ ਵੇ ਹੈਗਾ ਜਿੱਥੋਂ ਅਲਟੀਮੇਟਲੀ ਇਹ ਪਤਾ ਲੱਗੂਗਾ ਕਿ ਇਹ ਕਿਹੜੇ ਨੈਟਵਰਕ ਇੰਟਰਫੇਸ ਕਾਰਡ ਦੇ ਥਰੂ ਇਹ ਕੰਮ ਹੋਇਆ, ਉਹ ਨੈਟਵਰਕ ਇੰਟਰਫੇਸ ਕਾਰਡ ਦਾ ਨੰਬਰ ਪਤਾ ਲੱਗ ਜਾਊਗਾ। ਤੋ ਇਹਦੇ ਵਿੱਚ ਉਹਦੇ ਬਾਰੇ, ਹਾਂ, ਇਹਨੂੰ ਮੈਕ ਐਡਰੈਸ ਕਹਿੰਦੇ ਆ। ਮੈਕ ਐਡਰੈਸ ਜਿਹੜਾ ਮੈਂ ਦੱਸਿਆ ਸੀ ਫਿਜ਼ੀਕਲ ਐਡਰੈਸ ਹੈ, ਇਹਨੂੰ ਮੈਕ ਐਡਰੈਸ ਕਹਿ ਦਿੰਦੇ ਆ। ਨੈਟਵਰਕ ਇੰਟਰਫੇਸ ਕਾਰਡ ਦੇ ਥਰੂ ਇਨਫੋਰਮੇਸ਼ਨ ਪ੍ਰੋਸੈਸਰ ਜਾਂ ਮੈਮਰੀ ਜਾਣੀ ਹੈ। ਆਹ LAN ਕਨੈਕਸ਼ਨ ਬਾਹਰੋਂ ਆਇਆ, ਇਹ ਕੇਬਲ ਵੀ ਹੋ ਸਕਦੀ ਹੈ, ਵਾਇਰਲੈਸ ਵੀ ਹੋ ਸਕਦੀ ਹੈ। ਇਹ ਇੱਕ ਚੀਜ਼ ਹੋਈ। ਅਗਲਾ ਇੱਕ ਹੋਰ ਪਾਰਟ ਆ ਗਿਆ ਕੁਐਸਚਨ, ਟਵਿਸਟਡ ਪੇਅਰ ਕੇਬਲ। ਜਿਹੜੀ ਆਹ ਨੈਟਵਰਕਿੰਗ ਵਾਸਤੇ ਕੇਬਲ ਯੂਜ਼ ਕਰਦੇ ਆ, ਕੇਬਲਾਂ ਵੀ ਕਈ ਕਿਸਮ ਦੀਆਂ ਨੇ। ਜਿਹੜੀ ਕੇਬਲ ਹੁਣ ਅਸੀਂ ਯੂਜ਼ ਕਰਦੇ ਹਾਂ, ਆ ਪਿੱਛੇ ਵੀ ਇੱਥੇ ਲਮਕਦੀ ਦਿਖਦੀ ਪਈ ਹੈ, ਇਹਦੇ ਵਿੱਚ ਨਾ ਜਿਹੜੀ ਕੇਬਲ ਹੈ ਇਹ ਟਵਿਸਟਡ ਪੇਅਰ ਹੀ ਹੈ। ਇਹਦੇ ਅੰਦਰ ਕੀ ਹੈ, 8 ਕੇਬਲਾਂ ਨੇ, 4 ਪੇਅਰਸ ਨੇ। ਉਹ ਜਿਹੜੇ ਪੇਅਰਸ ਨੇ ਆਪਸ 'ਚ ਟਵਿਸਟ ਕੀਤੇ ਹੋਏ ਨੇ। ਇੱਕ ਪੇਅਰ ਟਵਿਸਟਡ ਹੈ, ਯਾਨੀ ਕਿ 2 ਕੇਬਲਸ ਨੂੰ ਇੱਕ ਦੂਜੇ ਉੱਪਰ ਲਪੇਟਿਆ ਹੋਇਆ, ਫਿਰ ਇੱਕ ਪੇਅਰ ਹੋਰ, 4 ਪੇਅਰਸ ਨੇ। ਤੋ ਟਵਿਸਟਡ ਪੇਅਰ ਕੇਬਲ ਕੀ ਹੈ? ਇੱਕ ਕੇਬਲ ਦੀ ਕਿਸਮ ਹੈ that is used for telephone communication and most modern Ethernet networks. A pair of wires form a circuit that can transmit data. The pair are twisted to provide protection against crosstalk, the noise generated by adjacent pairs. The electrical current flows through the wire. It creates a small circuit magnetic field around the wire. When two wires in an electric circuit are placed close together, their magnetic fields are the exact opposite to each other. Twisted pair cable can enhance the cancellation of effect. ਚਲੋ, ਯਾਨੀ ਟੈਕਨੀਕਲ ਰੀਜ਼ਨ ਹੈ, ਉਹਨੂੰ ਟਵਿਸਟ ਕੀਤਾ ਜਾਂਦਾ ਤਾਂ ਕਿ ਉਹ ਇੱਕ ਪੇਅਰ ਦੂਜੀ ਪੇਅਰ ਨਾਲ ਆਪਸ 'ਚ ਇੱਕ ਦੂਜੇ ਨੂੰ ਪ੍ਰਭਾਵਿਤ ਨਾ ਕਰਨ। ਅਤੇ ਇਹਦੇ 'ਚ ਅੱਗੇ ਹੋਰ ਵੀ ਕੁਛ ਲਿਖਿਆ ਹੈ, ਟਵਿਸਟਡ ਪੇਅਰ ਕੇਬਲ is a part of wiring in which conductors of single circuit are twisted together for the purpose of cancelling out an electromagnetic interface.
एक्सप्लेन मोस्ट कॉमन बेनिफिट्स ऑफ यूजिंग लैन। लैन ਦੀ ਫੁੱਲ ਫਾਰਮ ਹੈ ਨਾ ਲੋਕਲ ਏਰੀਆ ਨੈਟਵਰਕ, ਜਿਹੜੀ ਆਪਾਂ ਇੱਥੇ ਯੂਜ਼ ਵੀ ਕਰਦੇ ਹਾਂ। ਇਹਦਾ ਆਪਾਂ ਨੂੰ ਸਭ ਤੋਂ ਵੱਡਾ ਬੈਨੀਫਿਟ ਕੀ ਹੈ, ਤੁਸੀਂ ਇੱਥੇ ਦੱਸੋ ਤਾਂ। ਆਪਾਂ ਨੈਟਵਰਕ ਯੂਜ਼ ਕਰਦੇ ਹਾਂ ਤਾਂ ਸਾਨੂੰ ਇੱਥੇ ਬੈਨੀਫਿਟਸ ਕੀ ਨੇ ਨੈਟਵਰਕਿੰਗ ਯੂਜ਼ ਕਰਨ ਦੇ? ਸਾਰੇ ਕੰਪਿਊਟਰਸ ਆਪਸ ਕਨੈਕਟਡ ਨੇ। ਉਹਦਾ ਮੇਜਰ ਸਾਨੂੰ ਬੈਨੀਫਿਟ ਅਸੀਂ ਇੱਥੇ ਇਸ ਕਰਕੇ ਯੂਜ਼ ਕਰਦੇ ਹਾਂ। ਪਹਿਲੀ ਗੱਲ, ਇੰਟਰਨੈਟ ਇੱਕ ਕੰਪਿਊਟਰ ਤੋਂ ਸਾਰੇ 'ਤੇ ਚੱਲ ਜਾਂਦਾ। ਆਪਾਂ ਇੱਕ ਇੰਟਰਨੈਟ ਦੇ ਕਨੈਕਸ਼ਨ, ਜੇ 25 ਕੰਪਿਊਟਰ ਨੇ ਤਾਂ 25 ਕਨੈਕਸ਼ਨ ਨਹੀਂ ਹੈਗੇ, ਇੱਕੋ ਹੀ ਕਨੈਕਸ਼ਨ ਹੈ। ਜੇ ਨੈਟਵਰਕਿੰਗ ਨਾ ਕੀਤੀ ਹੋਵੇ ਤਾਂ ਸਾਨੂੰ 25 ਕਨੈਕਸ਼ਨ ਲੈਣੇ ਪੈਣ, 25 ਦੇ ਉੱਤੇ ਅਲੱਗ-ਅਲੱਗ ਇੰਟਰਨੈਟ ਯੂਜ਼ ਕਰਨਾ ਪਵੇ। ਤਾਂ ਵਨ ਬੈਨੀਫਿਟ ਇਜ਼ ਕਿ ਆਪਾਂ ਇੰਟਰਨੈਟ ਸ਼ੇਅਰ ਕਰਦੇ ਹਾਂ। ਅਸੀਂ ਪ੍ਰਿੰਟਰ, ਆਪਾਂ ਪ੍ਰਿੰਟਰ ਇੱਕ ਕੰਪਿਊਟਰ 'ਤੇ ਕਨੈਕਟ ਕੀਤਾ ਹੋਇਆ, ਔਰ ਜੇ ਆਪਾਂ ਇੱਥੋਂ ਪ੍ਰਿੰਟ ਕਰਨਾ ਤਾਂ ਉਹ ਪ੍ਰਿੰਟਰ ਜਿੱਥੇ ਥੱਲੇ ਲੱਗਿਆ ਹੋਇਆ, ਇੱਥੋਂ ਆਪਾਂ ਕਮਾਂਡ ਦਾਂਗੇ, ਹਿਟਲੇ ਪ੍ਰਿੰਟਰ 'ਤੇ ਪ੍ਰਿੰਟ ਹੋ ਜਾਊਗਾ। ਇੰਟਰਨੈਟ ਵੀ ਸ਼ੇਅਰ ਹੋ ਗਿਆ, ਪ੍ਰਿੰਟਰ ਵੀ ਸ਼ੇਅਰ ਹੋ ਗਿਆ, ਸਕੈਨਰ ਵੀ ਸ਼ੇਅਰ ਹੋ ਜਾਊਗਾ। ਤੋ ਰਿਸੋਰਸਿਸ ਦੀ ਸ਼ੇਅਰਿੰਗ ਹੈ। ਰਿਸੋਰਸਿਸ ਸਾਨੂੰ ਪ੍ਰਿੰਟਰ ਅਲੱਗ-ਅਲੱਗ ਨਹੀਂ ਲੈਣੇ ਪਏ। 25 ਕੰਪਿਊਟਰਾਂ 'ਤੇ 25 ਪ੍ਰਿੰਟਰ ਨਹੀਂ ਲੈਣੇ ਹੈਗੇ, ਇੱਕ ਪ੍ਰਿੰਟਰ ਨਾਲ ਸਰ ਜਾਊਗਾ। ਕਿਉਂਕਿ ਇੱਕ ਪ੍ਰਿੰਟਰ ਕਿਹੜਾ ਹਰ ਇੱਕ ਨੇ ਪ੍ਰਿੰਟ ਕੱਢੀ ਜਾਣੇ ਆ। ਹਾਂ, ਜੇ ਇਹ ਲੋੜ ਹੈ ਕਿ ਮੈਨੂੰ ਤਾਂ ਪ੍ਰਿੰਟਰ ਵਿਹਲੇ ਹੀ ਹੈ ਨਹੀਂਗਾ, ਮੈਂ ਤਾਂ ਕੰਟੀਨਿਊਸਲੀ ਪ੍ਰਿੰਟ ਕੱਢ ਰਿਹਾ, ਫਿਰ ਦੂਜਾ ਪ੍ਰਿੰਟਰ ਲੈਣਾ ਪੈ ਸਕਦਾ ਆ। ਪਰ ਜੇ ਇਹ ਹੈ ਕਿ ਪ੍ਰਿੰਟਰ ਉੱਥੇ, ਜਿਵੇਂ ਬੂਟਾ ਸਿੰਘ ਕੋਲ ਪ੍ਰਿੰਟਰ ਪਿਆ, ਉਹ ਪ੍ਰਿੰਟਰ ਮੈਂ ਇੱਥੋਂ ਕਮਾਂਡ ਦੇ ਕੇ ਉੱਤੇ ਪ੍ਰਿੰਟਿੰਗ ਕੱਢ ਸਕਦਾ ਹਾਂ। ਇੱਕ ਬੈਨੀਫਿਟ ਇਹ ਹੋ ਗਿਆ, ਰਿਸੋਰਸਿਸ ਦੀ ਸ਼ੇਅਰਿੰਗ ਹੋ ਜਾਂਦੀ ਆ। ਪਹਿਲਾ ਪੁਆਇੰਟ ਇਹੀ ਇਹਨੇ ਲਿਖਿਆ ਹੈ। ਆਪਾਂ ਹਾਰਡ ਡਿਸਕ ਵੀ ਸ਼ੇਅਰ ਕਰਦੇ ਹਾਂ। ਜਿਵੇਂ ਤੁਸੀਂ ਫਾਈਲ ਹੈ ਆਪਣੇ ਇਸ ਕੰਪਿਊਟਰ 'ਤੇ ਸੇਵ ਨਾ ਕਰੋ, ਇੱਥੇ ਸੇਵ ਕਰਨ ਦਾ ਨੁਕਸਾਨ ਹੈ ਕਿ ਇਹ ਕੰਪਿਊਟਰ ਫ੍ਰੀ ਨਹੀਂ ਹੈ, ਤਾਂ ਫਿਰ ਆਪਾਂ ਫਾਈਲ ਨਹੀਂ ਖੋਲ੍ਹ ਪਾਵਾਂਗੇ। ਆਪਾਂ ਫਾਈਲ ਸ਼ੇਅਰ ਕਰ ਦਿੰਦੇ ਹਾਂ। ਆਪਾਂ ਹਾਰਡ ਡਿਸਕ ਨੂੰ ਵੀ ਸ਼ੇਅਰ ਕਰ ਲਿਆ, ਯਾਨੀ ਆਪਾਂ ਫਾਈਲ ਨੂੰ ਇੱਕ ਸਰਵਰ ਬਣਾ ਲਿਆ, ਉਹਦੇ 'ਤੇ ਸੇਵ ਕਰ ਲਿਆ। ਅਤੇ ਜਦੋਂ ਅਸੀਂ ਦੂਜੇ ਦਿਨ ਕੰਪਿਊਟਰ ਯੂਜ਼ ਕਰਦੇ ਹਾਂ, ਸਾਨੂੰ ਇਹ ਕੰਪਿਊਟਰ ਨਹੀਂ ਮਿਲਿਆ, ਕੋਈ ਹੋਰ ਮਿਲੇ, ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਆਪਾਂ ਉਹ ਫਾਈਲ ਕਿਤੋਂ ਵੀ ਖੋਲ੍ਹ ਸਕਦੇ ਹਾਂ। ਇਹ ਵੀ ਆਪਾਂ ਲੈਨ ਦਾ ਹੀ ਬੈਨੀਫਿਟ ਉਠਾ ਰਹੇ ਹਾਂ। ਜੇ ਲੈਨ ਨਾ ਹੁੰਦੀ ਤਾਂ ਆਪਾਂ ਨੂੰ ਇਹ ਪ੍ਰੋਬਲਮ ਵੀ ਆਉਣੀ ਸੀ ਕਿ ਮੇਰੀ ਫਾਈਲ ਇੱਥੇ ਬਣੀ ਹੋਈ ਹੈ, ਤਾਂ ਮੈਨੂੰ ਅੱਜ ਇਹੀ ਕੰਪਿਊਟਰ ਚਾਹੀਦਾ ਆ, ਇਹੀ ਕੰਪਿਊਟਰ ਕਿਸੇ ਹੋਰ ਨੂੰ ਚਾਹੀਦਾ ਹੋਵੇ ਤਾਂ ਕਲੈਸ਼ ਹੋ ਜਾਂਦਾ ਆ। ਕਾਮਨ ਐਪਲੀਕੇਸ਼ਨਸ ਆਰ ਨੈਟਵਰਕ ਅਵੇਅਰ which significantly help user transition time when allocating to different network environments. Additionally, network licensing is substantially less expensive than the standalone licensing. ਹੁਣ ਇਹਦੇ ਵਿੱਚ ਇਹ ਵੀ ਹੈਗਾ, ਜਿਵੇਂ ਆਪਾਂ ਟੈਲੀ ਯੂਜ਼ ਕਰਦੇ ਹਾਂ, ਅਸੀਂ ਉਹ ਟੈਲੀ ਇੱਕ ਸੋਫਟਵੇਅਰ ਆ ਯੂਜ਼ ਕਰਦੇ ਹਾਂ। ਇੱਕ ਸੋਫਟਵੇਅਰ ਨੂੰ ਜਾਂ ਇੱਕ ਐਪਲੀਕੇਸ਼ਨ ਨੂੰ ਆਪਾਂ 25 ਕੰਪਿਊਟਰਾਂ 'ਤੇ ਯੂਜ਼ ਕਰਨਾ ਹੈ, ਤਾਂ 25 ਵਾਰੀ ਅਲੱਗ-ਅਲੱਗ ਖਰੀਦਣ ਦੀ ਜਗ੍ਹਾ 'ਤੇ ਆਪਾਂ ਇੱਕ ਲਾਇਸੈਂਸ ਲੈ ਕੇ ਇੱਕ ਕੰਪਿਊਟਰ 'ਤੇ ਖਰੀਦ ਲਿਆ। 25 ਦੇ ਉੱਤੇ ਉਹ ਕੰਪਿਊਟਰ ਨਾਲ ਕਨੈਕਟ ਕਰਕੇ ਬਾਕੀਆਂ 'ਤੇ ਵੀ ਯੂਜ਼ ਕਰੀ ਜਾ ਸਕਦੇ ਹਾਂ। ਮਤਲਬ ਐਪਲੀਕੇਸ਼ਨਸ ਨੂੰ ਵੀ ਆਪਾਂ ਇਸ ਕਰਕੇ ਵੀ ਕਿ ਸਸਤੀ ਪੈ ਜਾਵੇ, ਇਸ ਕਰਕੇ ਵੀ ਕਿ ਇੱਕੋ ਸਮੇਂ ਇੱਕ ਤੋਂ ਮੈਨੀ, ਜਿਵੇਂ ਆਪਾਂ ਗੱਲ ਕੱਲ੍ਹ ਵੀ ਕੀਤੀ ਸੀ, ਆਪਰੇਟਿੰਗ ਸਿਸਟਮ ਦੇ ਵਿੱਚ ਸਿੰਗਲ PC ਨੂੰ ਮੈਨੀ ਯੂਜ਼ਰਸ ਇਕੱਠੇ ਯੂਜ਼ ਕਰ ਸਕਣ। ਤਾਂ ਇੱਦਾਂ ਹੀ ਸਿੰਗਲ ਐਪਲੀਕੇਸ਼ਨ ਆਪਾਂ ਇੱਕ ਕੰਪਿਊਟਰ 'ਤੇ ਖਰੀਦ ਲਈ ਹੈ, ਮਲਟੀ ਯੂਜ਼ਰ ਇਨਵਾਇਰਮੈਂਟ ਦੇ ਵਿੱਚ ਉਸ ਐਪਲੀਕੇਸ਼ਨ ਨੂੰ ਮੈਨੀ ਯੂਜ਼ਰ ਸਾਈਮਲਟੇਨੀਅਸਲੀ ਯੂਜ਼ ਕਰ ਸਕਦੇ ਨੇ। ਜਿੱਦਾਂ MS ਆਫਿਸ ਹੈ, ਇਹ ਆਪਾਂ ਇੱਕ ਵਾਰੀ ਖਰੀਦਿਆ, ਅਤੇ ਆਪਾਂ ਜੇ ਇੱਥੇ ਨੈਟਵਰਕਿੰਗ ਉਹ ਕਰ ਦਈਏ, ਮਲਟੀ ਯੂਜ਼ਰ ਵਾਲਾ ਆਪਰੇਟਿੰਗ ਸਿਸਟਮ, ਨੈਟਵਰਕ ਆਪਰੇਟਿੰਗ ਸਿਸਟਮ ਪਾ ਲਈਏ, ਤਾਂ ਆਪਾਂ ਇੱਕ ਕੰਪਿਊਟਰ 'ਤੇ ਆਫਿਸ ਖਰੀਦ ਕੇ ਪਾ ਲਿਆ, ਬਾਕੀ ਕੰਪਿਊਟਰ ਤੋਂ ਉਹੀ ਆਫਿਸ ਉਹੀ ਹਾਰਡ ਡਿਸਕ ਤੋਂ ਚੱਲੀ ਚੱਲੂਗਾ, ਸਾਨੂੰ ਬਾਰ-ਬਾਰ ਨਹੀਂ ਖਰੀਦਣਾ ਪੈਂਦਾ। ਇਹ ਵੀ ਲੈਨ ਦਾ ਹੀ ਇੱਕ ਬੈਨੀਫਿਟ ਹੈ। ਸ਼ੇਅਰਿੰਗ ਆਫ ਫਾਈਲ ਸ਼ੇਅਰਿੰਗ, ਜਿਹੜਾ ਆਪਾਂ ਹੁਣੇ ਮੈਂ ਦੱਸ ਚੁੱਕੇ ਹਾਂ ਕਿ ਫਾਈਲ ਇੱਕ ਥਾਂ 'ਤੇ ਬਣਾਈ ਹੋਈ ਹੈ, ਉਹ ਫਾਈਲ ਨੂੰ ਮੈਂ ਦੂਜੇ ਥਾਂ ਤੋਂ ਵੀ ਖੋਲ੍ਹ ਸਕਦਾ, ਤੀਜੇ ਥਾਂ ਤੋਂ ਖੋਲ੍ਹ ਸਕਦਾ। ਇਹ ਵੀ ਕਿ ਇੱਕ ਫਾਈਲ ਨੂੰ ਐਟ ਏ ਟਾਈਮ 2 ਬੰਦੇ 3 ਬੰਦੇ ਇਕੱਠੇ ਵੀ ਖੋਲ੍ਹ ਕੇ ਕੰਮ ਕਰ ਸਕਦੇ ਨੇ। ਜਿਵੇਂ ਐਕਸਲ ਦੇ ਵਿੱਚ ਹੈ, ਆਪਾਂ ਐਕਸਲ 'ਚ ਡਾਟਾ ਲਿਖਣ ਲੱਗੇ, ਮੈਂ ਇਕੱਲਾ ਕੰਮ ਕਰੂੰਗਾ ਤਾਂ ਮੈਨੂੰ ਟਾਈਮ ਵੱਧ ਲੱਗੂਗਾ, ਕੰਮ ਬਹੁਤ ਜਲਦੀ ਕਰਨਾ ਆ, ਤਾਂ ਮੈਂ ਕਹੂੰਗਾ ਉਹ ਫਾਈਲ ਨੂੰ ਮੈਂ ਸ਼ੇਅਰ ਕਰਤਾ, ਤੁਸੀਂ ਵੀ ਮੇਰੇ ਨਾਲ ਕੰਮ ਕਰਵਾਈ ਚਲੋ। ਕੋਈ ਚੀਜ਼ਾਂ ਮੈਂ ਫੜ ਲਈਆਂ, ਕੋਈ ਡਾਟਾ ਐਂਟਰੀ ਤੁਸੀਂ ਫੜ ਲਈ, ਇੱਕੋ ਸਮੇਂ ਮੈਨੀ ਯੂਜ਼ਰ ਇੱਕ ਫਾਈਲ ਨੂੰ ਯੂਜ਼ ਕਰ ਸਕਦੇ ਨੇ। ਦਿਸ ਇਜ਼ ਓਨਲੀ ਬਿਕਾਜ਼ ਆਫ ਨੈਟਵਰਕਿੰਗ। ਆਹੀ ਡਾਟਾ ਸਟੋਰੇਜ ਇੱਕ ਥਾਂ 'ਤੇ ਪਿਆ ਤਾਂ ਡਿਪੈਂਡੈਂਸੀ ਕੰਪਿਊਟਰ 'ਤੇ ਨਹੀਂ ਰਹੀ ਹੈਗੀ। LAN supports a number of fault tolerance features such as disk mirroring, disk duplexing, disk stripping. ਇਹ ਵੀ ਆਉਂਦੇ ਨੇ ਫੀਚਰਸ ਨੈਟਵਰਕ ਆਪਰੇਟਿੰਗ ਸਿਸਟਮ ਦੇ ਵਿੱਚ ਹੁੰਦੇ ਨੇ, ਕਿ ਜਿਵੇਂ ਹੁਣ ਨੈਟਵਰਕ ਆਪਰੇਟਿੰਗ ਸਿਸਟਮ 'ਚ ਇੱਕ ਥਾਂ 'ਤੇ ਸਾਰਾ ਡਾਟਾ ਪਿਆ,
तो बाय दी वे अगर वो सर्वर की हार्ड डिस्क खराब हो गई तो जिन्ने भी यूजर सारे विहले हो जाएंगे, साडा काम सारा का काम खराब हो गया। एक तरह की पिया सी तो लैन वाले जिहड़े ऑपरेटिंग सिस्टम ने उन्हां 'च फीचर हुंदे ने कि आटोमैटिकली वो हार्ड डिस्क तो दूजी हार्ड डिस्क ते बैकअप चलिया जांदा आ। जे एक हार्ड डिस्क उह 'च हार्ड डिस्कां भी इक्को समय हार्ड डिस्कां 2 लगा दिंदे आ, 3 लगा दिंदे आ। मिररिंग हुंदी है कि एक हार्ड डिस्क ते डाटा चले गया, वो दूजी ते भी चला गया। जे एक हार्ड डिस्क खराब हो गई तो अपने भी दूजी काम करूगी। इस तरह के लैन दे विच फीचर्स ने, वो फीचर्स भी मिल सकते हैं जे आपां लैन यूज़ करते हैं। मतलब एक कंप्यूटर खराब ना होवे, जे खराब हो भी गया तो भी साडा काम ना खड़े, उहनूं रोकण वास्ते ये स्पैशल फीचर्स ने। नैक्सट ਜਿਹੜੇ ਨੈਟਵਰਕਸ ਨੇ ਨਾ, ਆਪਾਂ ਲੈਨ ਦੀ ਗੱਲ ਹੁਣੇ ਕੀਤੀ ਹੈ। ਲੈਨ ਦੀ ਫੁੱਲ ਫਾਰਮ ਹੈ ਲੋਕਲ ਏਰੀਆ ਨੈਟਵਰਕ। ਕਿ ਜਦੋਂ ਕੰਪਿਊਟਰਸ ਇੱਕ ਲੋਕਲ ਏਰੀਆ, ਇੱਕ ਛੋਟੇ ਏਰੀਆ ਦੇ ਵਿੱਚ ਕਨੈਕਟਡ ਨੇ, ਦੈਨ ਆਪਾਂ ਨੂੰ ਕਹਿੰਦੇ ਲੈਨ, ਲੋਕਲ ਏਰੀਆ ਨੈਟਵਰਕ। ਮੇ ਬੀ ਇਟ ਇਜ਼ ਏ ਬਿਲਡਿੰਗ, ਮੇ ਬੀ ਨਾਲ ਦੀ ਬਿਲਡਿੰਗ ਹੈ, ਬਸ ਇੰਨਾ ਕੁ। ਜੇ ਅਗਰ ਕੋਈ ਕੰਪਿਊਟਰ ਇੱਕ ਇੱਥੇ ਹੈ, ਦੂਜਾ ਕਿਸੇ ਦੂਜੀ ਸਿਟੀ 'ਚ ਹੈ, ਤੀਜਾ ਕਿਸੇ ਹੋਰ ਸਿਟੀ 'ਚ ਹੈ, ਉਹ ਆਪਸ 'ਚ ਕਨੈਕਟਡ ਨੇ। ਜਿੱਦਾਂ ਬੈਂਕਾਂ ਦੇ ਕੰਪਿਊਟਰ ਆਪਸ 'ਚ ਕਨੈਕਟਡ ਨੇ, ਉਹ ਇੱਕ ਥਾਂ 'ਤੇ ਨਹੀਂ ਹੈਗੇ। ਉਹ ਕੰਪਿਊਟਰਸ ਕੋਈ ਸਾਹਨੇਵਾਲ 'ਚ ਹੈ, ਕੋਈ ਦਰਾਹੇ ਹੈ, ਕੋਈ ਲੁਧਿਆਣੇ ਹੈ, ਕੋਈ ਪੰਜਾਬ 'ਚ ਕਿਤੇ ਵੀ ਹੈ, ਕੋਈ ਇੰਡੀਆ 'ਚ ਕਿਤੇ ਵੀ, ਈਵਨ ਕਿ ਵਰਲਡ 'ਚ ਕਿਤੇ ਵੀ। ਉਹ ਜਿਹੜੇ ਨੈਟਵਰਕ ਆ ਉਹਨੂੰ ਆਪਾਂ ਕਹਿੰਦੇ ਆ ਵਾਈਡ ਏਰੀਆ ਨੈਟਵਰਕ। ਵਾਈਡ ਏਰੀਆ ਨੈਟਵਰਕ ਮਤਲਬ ਵੈਨ ਸਪੈਨਸ ਲਾਰਜ ਫਿਜ਼ੀਕਲ ਡਿਸਟੈਂਸ, ਮਤਲਬ ਜਿੱਥੇ ਡਿਸਟੈਂਸ ਦੀ ਕੋਈ ਗੱਲ ਹੀ ਨਹੀਂ ਹੈਗੀ। ਲੋਕਲ ਏਰੀਆ ਨੈਟਵਰਕ ਦੇ ਵਿੱਚ ਡਿਸਟੈਂਸ ਮੈਟਰ ਕਰਦਾ ਹੈ, ਜ਼ਿਆਦਾ ਦੂਰ ਨਾ ਹੋਵੇ। ਇੱਕ ਤੀਸਰਾ ਹੋਰ ਹੈ ਜਿਹਨੂੰ ਕਹਿੰਦੇ ਨੇ ਮੈਟਰੋਪੋਲੀਟਨ ਲੋਕਲ ਏਰੀਆ ਨੈਟਵਰਕ। ਇਹ ਹੋ ਗਿਆ ਇੱਕ ਵੱਡੀ ਸਿਟੀ ਦੇ ਵਿੱਚ ਜਿਹੜੇ ਕੰਪਿਊਟਰਸ ਨੇ, ਜਿਵੇਂ ਕੇਬਲ ਪਾਈ ਹੋਈ ਹੈ, ਉਹ ਕੇਬਲ ਇੱਕ ਕੰਪਨੀ ਨੇ ਇੱਕ ਸਿਟੀ 'ਚ ਪਾਤੀ, ਉਹ ਵੀ ਇੱਕ ਨੈਟਵਰਕ ਬਣ ਗਿਆ। ਕੇਬਲ ਦਾ ਵੀ ਨੈਟਵਰਕ, ਇਹ ਵੀ ਇੱਦਾਂ ਦਾ ਹੀ ਨੈਟਵਰਕ ਹੈ। ਉਸ ਤਰ੍ਹਾਂ ਦੇ ਨੈਟਵਰਕ ਨੂੰ ਆਪਾਂ ਮੈਟਰੋਪੋਲੀਟਨ ਏਰੀਆ ਨੈਟਵਰਕ ਕਹਿ ਦਿੰਦੇ ਹਾਂ। ਇਹ 'ਚ ਇੱਕ ਹੋਰ ਨਵੀਂ ਟਾਈਪ ਆ ਗਈ ਕੈਂਪਸ ਏਰੀਆ ਨੈਟਵਰਕ। ਜਿਵੇਂ LPU ਦਾ ਕੈਂਪਸ ਹੈ, ਕਾਫੀ ਵੱਡਾ ਕੈਂਪਸ ਹੈ, ਉਹਦੇ ਵਿੱਚ ਬਹੁਤ ਸਾਰੀਆਂ ਬਿਲਡਿੰਗਸ ਨੇ, ਉਹਨਾਂ ਦਾ ਆਪਸ 'ਚ ਇੰਟਰਨੈਟ, ਆਪਸ 'ਚ ਇੱਕ ਨੈਟਵਰਕ ਹੈ। ਉਹ ਜਿੰਨੇ ਵੀ ਉਸ ਕੈਂਪਸ ਦੇ ਕੰਪਿਊਟਰਸ ਨੇ, ਮਤਲਬ ਇੱਕ ਬਿਲਡਿੰਗ ਵੀ ਨਹੀਂ ਹੈਗੀ, ਇੱਕ ਸਿਟੀ ਵੀ ਨਹੀਂ ਹੈਗੀ, ਇੱਕ ਕੈਂਪਸ ਦਾ ਨੈਟਵਰਕ ਹੋਇਆ ਉਹਨੂੰ ਆਪਾਂ ਕਹਿ ਦਈਏ ਕੈਂਪਸ ਏਰੀਆ ਨੈਟਵਰਕ। ਇੱਦਾਂ ਮਤਲਬ ਨੈਟਵਰਕ ਦੀਆਂ ਵੀ ਕਿਸਮਾਂ ਬਣ ਜਾਂਦੀਆਂ ਨੇ, ਜਿੱਦਾਂ ਦਾ ਏਰੀਆ ਉਸ ਹਿਸਾਬ ਨਾਲ, ਜਿੰਨੀ ਕੁ ਉਹਦੀ ਡਿਸਟੈਂਸ ਉਸ ਹਿਸਾਬ ਨਾਲ। ਲੈਨ, ਵੈਨ ਜਾਂ ਫਿਰ ਕੈਂਪਸ ਏਰੀਆ ਨੈਟਵਰਕ। ਇੱਦਾਂ ਜਿੰਨੇ ਮਰਜ਼ੀ ਬਣਾਈ ਜਾਣ, ਛੋਟੇ ਛੋਟੇ ਜਾਂ ਵੱਡੇ ਵੱਡੇ। ਨੈਕਸਟ ਇੱਕ ਕੁਐਸਚਨ ਆ ਗਿਆ, ਵਾਟ ਇਜ਼ ਹਾਇਰਾਰਕੀ ਨੈਟਵਰਕ। ਹਾਇਰਾਰਕੀ ਦਾ ਮਤਲਬ ਹੁੰਦਾ ਆ ਪੇਰੈਂਟ ਚਾਈਲਡ। ਜਿਵੇਂ ਅੱਗੋਂ ਉਹਦੀਆਂ ਚਾਈਲਡਸ ਨੇ ਜਿਹੜੇ, ਤੋ ਇਹ ਕੀ ਆ, ਇਹ ਇਸ ਤਰ੍ਹਾਂ ਦਾ ਨੈਟਵਰਕ ਹੈ ਕਿ ਇੱਕ ਨੈਟਵਰਕ ਅੱਗੋਂ ਉਹਦਾ ਚਾਈਲਡ ਨੈਟਵਰਕ, ਅੱਗੋਂ ਉਹਦਾ ਚਾਈਲਡ ਨੈਟਵਰਕ। ਜਿਸ ਤਰ੍ਹਾਂ ਅਸੀਂ ਇੱਥੇ ਮੰਨ ਲਈਏ ਇੰਟਰਨੈਟ ਯੂਜ਼ ਕਰਦੇ ਹਾਂ ਅਸੀਂ, ਜਿਹੜਾ ਇੰਟਰਨੈਟ ਆ, ਇੰਟਰਨੈਟ ਦਾ ਮਤਲਬ ਹੈ ਦੁਨੀਆ ਭਰ ਦਾ ਇੱਕ ਨੈਟਵਰਕ। ਉਸ ਨੈਟਵਰਕ ਨੂੰ ਆਪਣੇ ਇੱਕ ਕੰਪਿਊਟਰ 'ਤੇ ਆਪਾਂ ਨੈਟਵਰਕ ਪਾਤਾ, ਯਾਨੀ ਮੰਨ ਲਓ ਇਸ PC 'ਤੇ ਆਪਾਂ ਇੰਟਰਨੈਟ ਜੋੜ ਲਿਆ, ਇਸ PC ਨਾਲ ਬਾਕੀ ਕਨੈਕਟਡ ਨੇ, ਤਾਂ ਬਾਕੀ ਇਹਦੇ ਚਾਈਲਡ ਬਣ ਗਏ। ਜੇ ਅਗਰ ਇਹ ਤੋਂ ਇੰਟਰਨੈਟ ਬਾਕੀ ਚਲਾ ਰਹੇ ਨੇ ਤਾਂ ਇਹਦਾ ਮਤਲਬ ਕਿ ਉਹ ਜਿਹੜੇ ਬਾਕੀ ਦੇ ਕੰਪਿਊਟਰ ਨੇ ਇਹਦੇ ਚਾਈਲਡ ਹੋ ਗਏ। ਜੇ ਤੇ ਚੱਲੂਗਾ ਤਾਂ ਬਾਕੀਆਂ 'ਤੇ ਚੱਲੂਗਾ, ਜੇ ਤੇ ਨਹੀਂ ਚੱਲੂਗਾ ਤਾਂ ਬਾਕੀਆਂ 'ਤੇ ਵੀ ਨਹੀਂ ਚੱਲੂਗਾ। ਤਾਂ ਇਹਦੇ ਥਰੂ ਇਹ ਉੱਪਰੋਂ ਕਿਸੇ ਨੈਟਵਰਕ ਨਾਲ ਜੁੜਿਆ ਹੈ। ਇੱਦਾਂ ਹੀ ਇੰਟਰਨੈਟ ਆਪਣੇ ਆਪ 'ਚ ਵੀ ਹਾਇਰਾਰਕੀਕਲ ਨੈਟਵਰਕ ਹੈ, ਉਹਦੇ ਵਿੱਚ ਵੀ ਇਹੀ ਹੈ। ਮੰਨ ਲਓ ਮੈਂ ਕਨੈਕਸ਼ਨ ਯੂਜ਼ ਕਰ ਰਿਹਾ ਕਨੈਕਟ ਕੰਪਨੀ ਦਾ, ਕਨੈਕਟ ਕੰਪਨੀ ਦੇ ਇੱਕ ਸਰਵਰ ਨਾਲ ਮੇਰਾ ਕੰਪਿਊਟਰ ਕਨੈਕਟਡ ਹੈ, ਤਾਂ ਮੇਰੇ ਵਾਲਾ ਕੰਪਿਊਟਰ ਉਹਦਾ ਚਾਈਲਡ ਹੋ ਗਿਆ। ਉਹ ਅੱਗੋਂ ਵੀ ਕਿਸੇ ਹੋਰ ਤੋਂ ਯੂਜ਼ ਕਰ ਰਿਹਾ ਇੰਟਰਨੈਟ, ਤਾਂ ਜਿੱਥੋਂ ਉਹਨੇ ਕਨੈਕਸ਼ਨ ਲਿਆ ਉਹ ਉਹਦਾ ਉੱਪਰਲਾ ਪੇਰੈਂਟ ਹੋ ਗਿਆ। ਇਸ ਤਰ੍ਹਾਂ ਦੇ ਨੈਟਵਰਕ ਜਿਹੜੇ ਫਰਦਰ ਪੇਰੈਂਟ ਚਾਈਲਡ ਰਿਲੇਸ਼ਨ ਦੇ ਤਰੀਕੇ ਨਾਲ ਕੰਮ ਕਰਦੇ ਨੇ, ਇੱਦਾਂ ਦੇ ਨੈਟਵਰਕ ਨੂੰ ਆਪਾਂ ਹਾਇਰਾਰਕੀ ਨੈਟਵਰਕ ਕਹਿ ਦਿੰਦੇ ਹਾਂ। ਨੈਕਸਟ ਕੀ ਆ ਜਾਂਦਾ, ਜਿਵੇਂ ਆ ਬਣਾਏ ਨਾ, ਆ ਅੱਗੋਂ ਇੱਕ ਨੈਟਵਰਕ ਤੋਂ ਅੱਗੇ ਨੈਟਵਰਕ ਬਣ ਗਿਆ ਤਾਂ ਹਾਇਰਾਰਕੀ ਬਣ ਗਈ, ਇਹਦੇ 'ਚ ਅੱਗੋਂ ਫਿਰ ਬਣ ਗਿਆ ਹਾਇਰਾਰਕੀ ਬਣ ਗਈ। ਮੀਡੀਆ ਐਕਸਪਲੇਨ ਮੀਡੀਆ ਨੈਟਵਰਕ ਐਂਡ ਇਟਸ ਟਾਈਪਸ। ਇਹਦੇ ਵਿੱਚ ਨਾ ਨੈਟਵਰਕ ਦੇ ਮੀਡੀਆ ਮਤਲਬ ਉਹ ਡਿਵਾਈਸਿਸ ਜਿਨ੍ਹਾਂ ਦੇ ਥਰੂ ਨੈਟਵਰਕ ਨੇ ਟਰੈਵਲ ਕਰਨਾ, ਜਿਸ ਥਰੂ ਇਨਫੋਰਮੇਸ਼ਨ ਟਰੈਵਲ ਕਰਨੀ ਹੈ। ਪਹਿਲਾਂ ਆਪਾਂ ਗੱਲ ਕਰ ਲਈ ਸੀ ਕਿ ਟਵਿਸਟਡ ਪੇਅਰ ਕੇਬਲ, ਜਿਹੜਾ ਮੈਂ ਦੱਸਿਆ ਇਥਰਨੈਟ ਕੇਬਲ ਹੈ, ਇਹਦੇ ਬਾਰੇ ਗੱਲ ਹੋ ਚੁੱਕੀ ਹੈ। ਇਹ ਮੀਡੀਆ ਆ ਨੈਟਵਰਕ ਵਾਸਤੇ। ਇੱਦਾਂ ਹੀ ਕੋਐਕਸਲ ਕੇਬਲ, ਜਿਹੜੀ ਕੇਬਲ 'ਤੇ ਯੂਜ਼ ਹੁੰਦੀ ਨਹੀਂ ਹੈ, ਜਿਹੜੀਆਂ
टीवी ਦੇ ਕੇਬਲਸ ਨੇ ਜਿੱਥੋਂ ਆਪਾਂ ਟਰਾਂਸਮਿਟ ਕਰਦੇ ਆ ਕੇਬਲ ਨੈਟਵਰਕ, ਉਹਦੀ ਜਿਹੜੀ ਕੇਬਲ ਆ ਉਹਨੂੰ ਕੋਐਕਸਲ ਕੇਬਲ ਕਹਿੰਦੇ, ਜਿਹਦੇ ਵਿਚਕਾਰ ਇੱਕ ਕਾਪਰ ਦੀ ਲੰਬੀ ਜਿਹੀ ਕੇਬਲ ਹੁੰਦੀ ਆ, ਆਸੇ ਪਾਸੇ ਉਹਦੇ ਐਲੂਮੀਨੀਅਮ ਦੀ ਹੋਰ ਪਰਤ ਚੜੀ ਹੁੰਦੀ ਹੈ, ਉਹ ਕੋਐਕਸਲ ਕੇਬਲ ਹੈ। ਇਹਦੇ ਥਰੂ ਵੀ ਨੈਟਵਰਕ ਟਰੈਵਲ ਹੁੰਦਾ ਆ। ਇੱਕ ਇਸ ਤੋਂ ਬਾਅਦ ਹੋਰ ਹੈ, ਕਈ ਕਿਸਮ ਦੀਆਂ ਕੇਬਲਾਂ ਨੇ। ਆਹ ਕੇਬਲ ਹੈ, ਇੱਕ ਫਾਈਬਰ ਆਪਟਿਕਸ ਹੈ, ਲੇਟੈਸਟ ਅੱਜ ਕੱਲ੍ਹ ਇਹ ਯੂਜ਼ ਹੁੰਦੀ ਹੈ, ਇਹ ਸਭ ਤੋਂ ਫਾਸਟ ਹੈ, ਇਹ ਲਾਈਟ ਸਪੀਡ ਨਾਲ ਚੱਲਦੀ ਹੈ। ਯਾਨੀ ਕਿ ਜਿਹੜੀ ਆ ਟਵਿਸਟਡ ਪੇਅਰ ਕੇਬਲ ਹੈ, ਇਹਦੇ 'ਚ ਤਾਂ ਕਾਪਰ ਦੀ ਕੇਬਲ ਹੈ, ਕਾਪਰ ਦੀ ਕੇਬਲ ਦੇ ਵਿੱਚੋਂ ਕਰੰਟ ਲੰਘੂਗਾ ਕੰਪੈਰੇਟਿਵਲੀ ਸਲੋ ਸਪੀਡ ਨਾਲ। ਇਸ ਤੋਂ ਵੀ ਸਭ ਤੋਂ ਫਾਸਟ ਕੇਬਲ ਆ ਵੀ ਕਾਪਰ ਹੀ, ਇਹਦੇ ਨਾਲ ਵੀ ਸਪੀਡ ਘੱਟ ਹੈ। ਜਿਹੜੀ ਆ ਹੁਣ ਤੀਜੀ ਪੜ੍ਹਨ ਲੱਗੇ ਆ, ਇਹ ਲੇਟੈਸਟ ਟੈਕਨੋਲੋਜੀ ਹੈ, ਇਹ ਹੈਗੀ ਹੈ ਫਾਈਬਰ ਆਪਟਿਕ ਕੇਬਲ। ਇਹ ਜਿਹੜੀ ਕੇਬਲ ਹੈ ਇਹਦੇ ਵਿੱਚ ਕੀ ਹੈ ਨਾ, ਜਿਹੜੀ ਇੱਥੇ ਸ਼ਾਇਦ ਫੋਟੋ ਬਣਾਈ ਹੋਵੇ, ਆਹ ਫੋਟੋ ਹੈ, ਇਹਦੇ ਵਿੱਚ ਆ ਜਿਹੜੀਆਂ ਅੰਦਰ ਨੂੰ ਆ ਰੈੱਡ ਜਾਂ ਗਰੀਨ ਜਿਹੜੀ ਕੇਬਲਸ ਨੇ, ਇਹ ਅੰਦਰੋਂ ਸ਼ੀਸ਼ਾ ਹੈ, ਗਲਾਸ ਹੈ। ਐ ਮੰਨ ਲਓ ਕਿ ਇੱਕ ਬਹੁਤ ਬਰੀਕ ਗਲਾਸ ਦਾ ਸਿਲੰਡਰ ਹੈ। ਇਹ ਕੇਬਲਸ ਆ ਪਿੱਛੇ ਜੇ ਬਹੁਤ ਲਾਈਨਾਂ ਵਿਛਾਈਆਂ ਗਈਆਂ ਨੇ ਮਸ਼ੀਨ ਦੇ ਨਾਲ, ਨੈਟਵਰਕ ਨੂੰ ਸੜਕਾਂ ਦੇ ਵਿੱਚ ਦੱਬਿਆ ਹੋਇਆ। ਇਹ ਨੈਟਵਰਕ ਹੁਣ ਆਪਣੇ ਪਾਈਆਂ ਹੋਈਆਂ ਨੇ ਇਹ ਕੇਬਲਸ। ਜਿਹੜਾ ਹੁਣ ਅਸੀਂ ਨੈਟਵਰਕ ਯੂਜ਼ ਕਰਦੇ ਹਾਂ, ਇਹਦੇ ਵਿੱਚ ਜਿਹੜੀ ਕੇਬਲ ਬਹੁਤਾ ਤਾਂ ਹੀ ਫਾਸਟ ਹੈ, ਜਿਹੜਾ ਫਾਈਬਰ ਨੈਟਵਰਕ ਹੈ, ਜਿਹੜਾ ਇੱਥੇ ਅਸੀਂ ਵੀ ਯੂਜ਼ ਕਰਦੇ ਕਨੈਕਟ ਤੋਂ ਕਨੈਕਸ਼ਨ ਲਿਆ ਆ, ਇਹਦੀ ਵੀ ਜਿਹੜੀ ਸਾਡੇ ਪੋਲ ਤੱਕ ਲਾਈਨ ਆਉਂਦੀ ਆ ਉਹ ਫਾਈਬਰ ਹੈ। ਪੋਲ ਤੋਂ ਨਹੀਂ, ਅੱਗੇ ਤੱਕ ਫਾਈਬਰ ਆਉਂਦੀ ਹੈ। ਮਤਲਬ ਸਾਡੇ ਅੰਦਰ ਤੱਕ ਇੱਕ ਉਹਨਾਂ ਨੇ ਇੱਕ ਸਾਨੂੰ ਡਿਵਾਈਸ ਲਗਾ ਕੇ ਦੇ ਦਿੱਤਾ, ਉਹਨੂੰ ਆਪਾਂ ਨੈਟਵਰਕ ਹੱਬ ਕਹਿੰਦੇ ਹਾਂ। ਨੈਟਵਰਕ ਹੱਬ ਤੱਕ ਜਿਹੜੀ ਉਹ ਲਾਈਟ ਜਿਹੜੀ ਕੇਬਲ ਆ ਰਹੀ ਹੈ, ਉਹ ਫਾਈਬਰ ਕੇਬਲ ਹੈ। ਫਾਈਬਰ ਕੇਬਲ ਦੀ ਸਪੀਡ ਉਸ ਤੋਂ ਜ਼ਿਆਦਾ ਆ, ਸਭ ਤੋਂ ਜ਼ਿਆਦਾ ਆ ਲਾਈਟ ਦੀ ਸਪੀਡ ਹੈ। ਇਹਦੇ 'ਚ ਕੀ ਹੈ, ਜਿਹੜਾ ਨੈਟਵਰਕ ਸਿਗਨਲ ਹੈ ਉਹ ਲਾਈਟ ਦੀ ਸਪੀਡ ਨਾਲ ਟਰੈਵਲ ਕਰਦਾ ਆ। ਪਰ ਸਾਡੇ ਅੰਦਰ ਤੱਕ ਨਾ ਇੱਕ ਜਿੱਥੇ ਤੁਸੀਂ ਦੇਖੋਗੇ ਉੱਥੇ ਕਿਤੇ ਨਾ ਕਿਤੇ ਇੱਕ ਲਗਾਇਆ ਆਪਾਂ ਨੇ ਸਵਿੱਚ, ਉਹਨੂੰ ਆਪਾਂ ਨੈਟਵਰਕ ਹੱਬ ਕਹਿ ਦਿੰਦੇ ਹਾਂ, ਕਨੈਕਟਰ ਲਗਵਾਈ ਹੋਈ ਆ। ਉੱਥੇ ਤੱਕ ਤਾਂ ਕੇਬਲ ਆ ਗਈ ਫਾਈਬਰ। ਉਸ ਤੋਂ ਬਾਅਦ ਆਪਣੇ ਕੰਪਿਊਟਰ ਤੱਕ ਫਿਰ ਉਹ ਦੂਜੀ ਕੇਬਲ ਹੈ। ਸੋ ਯਾਨੀ ਆਪਾਂ ਨੂੰ ਪਿੱਛੋਂ ਮੈਕਸਿਮਮ ਸਪੀਡ ਮਿਲਦੀ ਹੈ, ਉਸ ਤੋਂ ਅੱਗੇ ਸਪੀਡ ਸਾਡੇ 'ਤੇ ਡਿਪੈਂਡ ਕਰਦੀ ਹੈ ਆਪਾਂ ਕਿਹੜਾ ਯੂਜ਼ ਕਰਦੇ ਹਾਂ। ਕਿਸੇ ਕੰਪਿਊਟਰ ਦੇ ਉੱਤੇ ਆਪਾਂ ਵਾਈਫਾਈ ਯੂਜ਼ ਕਰਦੇ ਹਾਂ, ਕਿਸੇ ਕੰਪਿਊਟਰ 'ਤੇ ਆਪਾਂ ਯੂਜ਼ ਕਰਦੇ ਹਾਂ ਟਵਿਸਟਡ ਪੇਅਰ ਕੇਬਲ, ਤਾਂ ਉਹ ਕਾਪਰ ਕੇਬਲ ਆ। ਅੱਗੇ ਸਪੀਡ ਘੱਟ ਜਾਂਦੀ, ਪਿੱਛੋਂ ਸਪੀਡ ਵੱਧ ਆ ਰਹੀ ਹੈ। ਵਾਇਰਲੈਸ ਦੀ ਗੱਲ ਆ ਗਈ। ਇੱਥੇ ਆਪਾਂ ਹਾਲੇ ਅੱਜ ਦੀ ਕਲਾਸ ਸਟਾਪ ਕਰਦੇ ਹਾਂ।